ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਇੰਗਲੈਂਡ ਨੇ 10,000 ਟਰੱਕ ਡਰਾਈਵਰਾਂ ਨੂੰ ਦਿੱਤਾ ਅਸਥਾਈ ਵੀਜ਼ਾ। ਕੈਲੀਫੋਰਨੀਆ ਵਿੱਚ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਖਤਰਨਾਕ ਡਰੱਗ ਬਰਾਮਦ। 2 ਵਿਰੁੱਧ ਮਾਮਲਾ ਦਰਜ, ਜੇਲ੍ਹ ਭੇਜੇ। ਅਮਰੀਕਾ ਪ੍ਰਵਾਸੀਆਂ ਦੀ ਭੀੜ ਹਟਾਉਣ ਦੇ ਬਾਅਦ ਟੈਕਸਾਸ ਸਰਹੱਦ ਨੂੰ ਦੁਬਾਰਾ ਖੋਲ੍ਹਿਆ। ਬਰੈਂਪਟਨ ਵਿੱਚ ਕਾਰ ਤੇ ਟਰੱਕ ਦੀ ਭਿਆਨਕ ਟੱਕਰ, 2 ਲੋਕਾਂ ਦੀ ਮੌਤ, 1 ਗੰਭੀਰ ਜ਼ਖਮੀ। ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਵੀ ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣ ਤੇ ਵਿਚਾਰ ਕਰ ਰਿਹਾ ਤੁਰਕੀ। ਤਾਲਿਬਾਨ ਬਦਲੇਗਾ ਅਫਗਾਨਿਸਤਾਨ ਦਾ ਪਾਸਪੋਰਟ ਤੇ ਪਛਾਣ ਪੱਤਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇੰਗਲੈਂਡ ਦੀ ਸਰਕਾਰ ਨੇ ਦੇਸ਼ ਵਿੱਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਦੇ ਸੰਕਟ ਤੋਂ ਨਿਜਾਤ ਪਾਉਣ ਦੇ ਲਈ ਗੁਆਂਢੀ ਯੂਰਪੀ ਦੇਸ਼ਾਂ ਤੋਂ ਟਰੱਕ ਡਰਾਈਵਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੀ ਸੀਜ਼ਨਲ ਕਿਰਤੀ ਯੋਜਨਾ ਦਾ ਵਿਸਤਾਰ ਕਰਨਾ ਪਿਆ ਹੈ। ਇਸ ਵਿਵਸਥਾ ਤੋਂ ਬਾਅਦ 5000 ਤੇਲ ਟੈਂਕਰ ਅਤੇ ਫੂਡ ਟਰੱਕ ਡਰਾਈਵਰ ਅਗਲੇ 3 ਮਹੀਨਿਆਂ ਤੱਕ ਇੰਗਲੈਂਡ ਵਿੱਚ ਕੰਮ ਕਰਨ ਲਈ ਉਪਲਬਧ ਰਹਿਣਗੇ। ਇੰਗਲੈਂਡ ਵਿੱਚ ਟਰੱਕ ਡਰਾਈਵਰਾਂ ਦੀ ਕਮੀ ਦੇ ਕਾਰਨ ਜ਼ਰੂਰੀ ਚੀਜ਼ਾਂ ਦੀ ਸਪਲਾਈ ਦਾ ਸੰਕਟ ਪੈਦਾ ਹੋ ਗਿਆ। ਇਸ ਦੇ ਚਲਦਿਆਂ ਬਰਤਾਨਵੀ ਸਰਕਾਰ ਨੂੰ ਯੂਰਪੀ ਦੇਸ਼ਾਂ ਤੋਂ ਟਰੱਕ ਡਰਾਈਵਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੀ ਸੀਜ਼ਨਲ ਕਿਰਤੀ ਯੋਜਨਾ ਦਾ ਵਿਸਤਾਰ ਕਰਨਾ ਪਿਆ। ਬਰਤਾਨਵੀ ਸਰਕਾਰ ਨੇ ਇਸ ਵਿਸਤਾਰ ਤਹਿਤ ਟਰੱਕ ਡਰਾਈਵਰਾਂ ਦੇ ਲਈ 10,000 ਤੋਂ ਜ਼ਿਆਦਾ ਅਸਥਾਈ ਵੀਜ਼ਾ ਪਰਮਿਟ ਜਾਰੀ ਕੀਤੇ ਨੇ। ਬਰਤਾਨੀਆ ਸਰਕਾਰ ਨੇ ਦੱਸਿਆ ਕਿ ਇਸ ਵਿਵਸਥਾ ਤੋਂ ਬਾਅਦ 5000 ਤੇਲ ਟੈਂਕਰ ਅਤੇ ਫੂਡ ਟਰੱਕ ਡਰਾਈਵਰ ਅਗਲੇ 3 ਮਹੀਨੇ ਤੱਕ ਬਰਤਾਨੀਆ ਵਿੱਚ ਕੰਮ ਕਰਨ ਦੇ ਲਈ ਉਪਲਬਧ ਰਹਿਣਗੇ। ਨਾਲ ਹੀ ਆਗਾਮੀ ਕ੍ਰਿਸਮਸ ਸੀਜ਼ਨ ਤੋਂ ਪਹਿਲਾਂ ਵਧਣ ਵਾਲੀ ਮਾਸ ਦੀ ਮੰਗ ਨੂੰ ਪੂਰਾ ਕਰਨ ਦੇ ਲਈ 5500 ਪੋਲਟਰੀ ਕਰਮਚਾਰੀਆਂ ਨੂੰ ਵੀ ਅਸਥਾਈ ਵੀਜ਼ਾ ਦਿੱਤਾ ਗਿਆ ਹੈ। ਕੈਲੀਫੋਰਨੀਆ ਦੀ ਪੁਲਿਸ ਨੇ ਤਕਰੀਬਨ 21 ਕਿਲੋ ਬਹੁਤ ਹੀ ਖਤਰਨਾਕ ਸਿੰਥੈਟਿਕ ਡਰੱਗ ਸਮੇਤ ਹੋਰ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ 2 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰਿਵਰਸਾਈਡ ਡਿਸਟ੍ਰਿਕਟ ਦਫ਼ਤਰ ਦੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਪੈਰਿਸ ਸ਼ਹਿਰ ਦੇ ਇੱਕ ਘਰ ਵਿੱਚ ਮਾਰੇ ਛਾਪੇ ਦੌਰਾਨ 21 ਕਿਲੋਗ੍ਰਾਮ ਕਾਰਫੈਂਟਨਾਈਲ, ਤਕਰੀਬਨ 4 ਕਿਲੋ ਕੋਕੀਨ ਤੇ 1 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕਰਨ ਉਪਰੰਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਐਂਡਰਸ ਜੇਸਸ ਤੇ 27 ਸਾਲ ਦੇ ਕ੍ਰਿਸਟਾਈਨ ਪੌਂਸ ਵਜੋਂ ਹੋਈ ਹੈ, ਜੋ ਦੱਖਣੀ ਕੈਲੀਫੋਰਨੀਆ ਦੇ ਵਸਨੀਕ ਹਨ। ਪੁਲਿਸ ਅਨੁਸਾਰ ਛਾਪਾ ਮਾਰਨ ਸਮੇਂ ਕੋਈ ਵੀ ਵਿਅਕਤੀ ਘਰ ਵਿੱਚ ਮੌਜੂਦ ਨਹੀਂ ਸੀ, ਪਰ ਬਾਅਦ ਵਿੱਚ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਨੁਸਾਰ ਕਾਰਫੈਂਟਨਾਈਲ ਸਿੰਥੈਟਿਕ ਨਸ਼ੀਲਾ ਪਦਾਰਥ ਹੈ, ਜਿਸ ਦੀ ਵਰਤੋਂ ਤਸਕਰ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤਦੇ ਹਨ। ਇਹ ਪਦਾਰਥ ਮਾਰਫਿਨ ਦੀ ਤੁਲਨਾ ਵਿੱਚ 10,000 ਗੁਣਾ ਜ਼ਿਆਦਾ ਸਮਰੱਥਾ ਰੱਖਦਾ ਹੈ ਤੇ ਫੈਂਟਾਨਾਈਲ ਦੀ ਤੁਲਨਾ ਵਿੱਚ 100 ਗੁਣਾ ਜ਼ਿਆਦਾ ਜ਼ਹਿਰੀਲਾ ਹੈ। DEA ਅਨੁਸਾਰ ਕਿਸੇ ਵਿਅਕਤੀ ਦੀ ਜਾਨ ਲੈਣ ਲਈ 2 ਮਿਲੀਗ੍ਰਾਮ ਫੈਂਟਾਨਾਈਲ ਹੀ ਕਾਫੀ ਹੁੰਦੀ ਹੈ। ਜੇਕਰ ਇਸ ਪਦਾਰਥ ਨੂੰ ਛੂ ਹੀ ਲਿਆ ਜਾਵੇ ਤਾਂ ਇਹ ਮਨੁੱਖ ਉੱਪਰ ਅਸਰ ਕਰ ਜਾਂਦਾ ਹੈ। ਪੁਲਿਸ ਨੇ ਕਿਹਾ ਕਿ ਬਰਾਮਦ 21 ਕਿਲੋ ਕਾਰਫੈਂਟਨਾਈਲ 5 ਕਰੋੜ ਲੋਕਾਂ ਨੂੰ ਮਾਰਨ ਲਈ ਕਾਫੀ ਹੈ। ਮਾਰਸਲ ਤੇ ਪੌਨਸ, ਜੋ ਇਸ ਸਮੇਂ ਜੇਲ੍ਹ ਵਿੱਚ ਹਨ, ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ। ਉਹਨਾਂ ਦੀ ਜ਼ਮਾਨਤ ਨਹੀਂ ਹੋਈ। ਅਦਾਲਤ ਵਿੱਚ ਅਗਲੀ ਸੁਣਵਾਈ 9 ਨਵੰਬਰ ਨੂੰ ਹੋਏਗੀ। ਅਮਰੀਕਾ ਦੇ ਟੈਕਸਾਸ ਵਿੱਚ ਡੇਲ ਰਿਓ ਦੇ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀਆਂ ਦੀ ਭੀੜ ਨੂੰ ਹਟਾਉਣ ਦੇ ਬਾਅਦ US ਮੈਕਸੀਕੋ ਬਾਰਡਰ ਕ੍ਰਾਸਿੰਗ ਨੂੰ ਸ਼ਨੀਵਾਰ ਨੂੰ ਅੰਸ਼ਕ ਤੌਰ ਤੇ ਦੁਬਾਰਾ ਖੋਲ੍ਹਿਆ ਗਿਆ। US ਕਸਟਮਜ਼ ਐਂਡ ਬਾਰਡਰ ਪੈਟਰੋਲ ਅਨੁਸਾਰ ਡੇਲ ਰਿਓ ਪੋਰਟ ਆਫ ਐਂਟਰੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕਈ ਦਿਨਾਂ ਤੋਂ ਬੰਦ ਸੀ। CBP ਅਨੁਸਾਰ ਇਹ ਸਰਹੱਦ ਸ਼ਨੀਵਾਰ ਦੁਪਹਿਰ ਨੂੰ ਯਾਤਰੀਆਂ ਅਤੇ ਪੈਦਲ ਯਾਤਰੀਆਂ ਲਈ ਖੁੱਲ੍ਹੀ ਅਤੇ ਇਸ ਤੋਂ ਬਾਅਦ ਸੋਮਵਾਰ ਸਵੇਰੇ ਵਪਾਰਕ ਮਾਲ ਦੀ ਆਵਾਜਾਈ ਹੋਵੇਗੀ। ਅਧਿਕਾਰੀਆਂ ਦੇ ਅਨੁਸਾਰ ਇਸ ਸਰਹੱਦ 17 ਸਤੰਬਰ ਤੋਂ ਬੰਦ ਸੀ ਅਤੇ ਟ੍ਰੈਫਿਕ ਨੂੰ ਈਗਲ ਪਾਸ ਪੋਰਟ ਆਫ ਐਂਟਰੀ ਵੱਲ ਮੋੜ ਦਿੱਤਾ ਗਿਆ ਸੀ। ਬਰੈਂਪਟਨ ਵਿੱਚ ਇੱਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਕਾਰਨ ਮਿਸੀਸਾਗਾ ਦੇ ਵਾਸੀ ਦੇ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਬਰੈਂਪਟਨ ਦੇ ਬ੍ਰਾਮੀਲੀਆ ਰੋਡ ਤੇ ਸਟੀਲਜ਼ ਐਵਨਿਊ ਖੇਤਰ ਵਿੱਚ ਟਰੈਕਟਰ ਟ੍ਰੇਲਰ ਅਤੇ ਕ੍ਰਿਸਲਰ ਕਾਰ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਟੱਕਰ ਹੁੰਦੇ ਸਾਰ ਕ੍ਰਿਸਲਰ ਕਾਰ ਨੂੰ ਅੱਗ ਲੱਗ ਗਈ ਤੇ ਇਸ ਅੱਗ ਦੀਆਂ ਲਪਟਾਂ ਟਰੱਕ ਤੱਕ ਪਹੁੰਚ ਗਈਆਂ, ਜਿਨ੍ਹਾਂ ਤੇ ਬਰੈਂਪਟਨ ਦੇ ਫਾਇਰ ਫਾਈਟਰਸ ਨੇ ਕਾਬੂ ਪਾਇਆ। ਹਾਦਸੇ ਦੌਰਾਨ ਕ੍ਰਿਸਲਰ ਕਾਰ ਵਿੱਚ ਫਰੰਟ ਸੀਟ ਤੇ ਬੈਠੇ ਮਿਸੀਸਾਗਾ ਦੇ 19 ਸਾਲਾ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਕਾਰ ਦੇ ਡਰਾਈਵਰ ਮਿਸੀਸਾਗਾ ਦੇ ਵਾਸੀ 21 ਸਾਲਾ ਨੌਜਵਾਨ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਇਸ ਤੋਂ ਇਲਾਵਾ ਕਾਰ ਵਿੱਚ ਪਿਛਲੀ ਸੀਟ ਤੇ ਬੈਠੇ ਮਿਸੀਸਾਗਾ ਦੇ ਵਾਸੀ 20 ਸਾਲਾ ਨੌਜਵਾਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹਨਾਂ ਤੋਂ ਇਲਾਵਾ ਟਰੱਕ ਦੇ 47 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਜੋ ਕਿ ਬਰੈਂਪਟਨ ਦਾ ਵਾਸੀ ਹੈ। ਅਮਰੀਕਾ ਅਤੇ ਤੁਰਕੀ ਦੇ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ। ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਅਮਰੀਕਾ ਦੇ ਸਖਤ ਇਤਰਾਜ਼ਾਂ ਦੇ ਬਾਵਜੂਦ ਦੂਜੀ ਰੂਸੀ ਮਿਜ਼ਾਈਲੀ ਪ੍ਰਣਾਲੀ ਖਰੀਦਣ ਤੇ ਵਿਚਾਰ ਕਰਾਂਗੇ। ਤੁਰਕੀ ਦੇ ਰਾਸ਼ਟਰਪਤੀ ਨੇ ਅਮਰੀਕੀ ਪ੍ਰਸਾਰਕ CBS ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਤੁਰਕੀ ਨੂੰ ਆਪਣੀ ਰੱਖਿਆ ਪ੍ਰਣਾਲੀ ਦੇ ਸੰਬੰਧ ਵਿੱਚ ਖੁਦ ਫੈਸਲਾ ਕਰਨਾ ਹੋਏਗਾ। ਉਹਨਾਂ ਨੇ ਇਸ ਹਫ਼ਤੇ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਤੁਰਕੀ ਨੂੰ ਅਮਰੀਕਾ ਵਿੱਚ ਬਣੀ ਪੈਟਰੀਆਟ ਮਿਜ਼ਾਈਲਾਂ ਖਰੀਦਣ ਦਾ ਵਿਕਲਪ ਨਹੀਂ ਦਿੱਤਾ ਗਿਆ ਸੀ ਅਤੇ 1.4 ਅਰਬ ਡਾਲਰ ਦੇ ਭੁਗਤਾਨ ਦੇ ਬਾਵਜੂਦ ਅਮਰੀਕਾ ਨੇ F-35 ਜਹਾਜ਼ ਮੁਹੱਈਆ ਨਹੀਂ ਕਰਾਏ। ਨਾਟੋ ਦੇ ਮੈਂਬਰ ਤੁਰਕੀ ਨੂੰ ਰੂਸ ਵਿੱਚ ਬਣੀ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਤੋਂ ਬਾਅਦ F-35 ਪ੍ਰੋਗਰਾਮ ਤੋਂ ਬਾਹਰ ਕਰ ਦਿੱਤੀ ਗਈ ਸੀ। ਅਮਰੀਕਾ ਨੇ ਨਾਟੋ ਦੇ ਅੰਦਰ ਰੂਸੀ ਸਿਸਟਮ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਇਹ F-35 ਦੇ ਲਈ ਖਤਰਾ ਹੈ, ਜਦਕਿ ਤੁਰਕੀ ਦਾ ਤਰਕ ਸੀ ਕਿ S-400 ਨੂੰ ਨਾਟੋ ਪ੍ਰਣਾਲੀ ਵਿੱਚ ਏਕੀਕ੍ਰਿਤ ਕੀਤੇ ਬਗੈਰ ਨਿਰਪੱਖ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਕੋਈ ਖਤਰਾ ਨਹੀਂ। ਅਮਰੀਕਾ ਨੇ ਰੂਸੀ ਪ੍ਰਭਾਵ ਨੂੰ ਘੱਟ ਕਰਨ ਦੇ ਮਕਸਦ ਨਾਲ 2017 ਦੇ ਇੱਕ ਕਾਨੂੰਨ ਤਹਿਤ ਇਸ ਖਰੀਦਦਾਰੀ ਨੂੰ ਲੈ ਕੇ ਤੁਰਕੀ ਤੇ ਪਾਬੰਦੀ ਵੀ ਲਗਾਈ ਸੀ। ਤੁਰਕੀ ਦੇ ਰਾਸ਼ਟਰਪਤੀ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਉਹ ਹੋਰ S-400 ਖਰੀਦਣਗੇ ਤਾਂ ਉਹਨਾਂ ਨੇ ਅਮਰੀਕਾ ਦੀ ਪਰਵਾਹ ਨਾ ਕਰਦੇ ਹੋਏ ਕਿਹਾ ਕਿ ਹਾਂ, ਐਰਦੋਗਾਨ ਰੂਸੀ ਰਾਸ਼ਟਰਪਤੀ ਪੁਤਿਨ ਨਾਲ 29 ਦਸੰਬਰ ਨੂੰ ਮੁਲਾਕਾਤ ਕਰਨਗੇ। ਤਾਲਿਬਾਨ ਅਫਗਾਨਿਸਤਾਨ ਦਾ ਨਾਮ ਬਦਲਣ ਦੇ ਨਾਲ ਹੀ ਹੁਣ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਵੀ ਬਦਲਣ ਜਾ ਰਿਹਾ। ਹੁਣ ਹਰ ਦਸਤਾਵੇਜ਼ ਤੇ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਲਿਖਿਆ ਜਾਏਗਾ। ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਫਗਾਨਿਸਤਾਨ 'ਚ ਮਨੁੱਖੀ ਸਹਾਇਤਾ ਜਾਰੀ ਰੱਖਣ ਲਈ ਅਮਰੀਕੀ ਫੈਸਲੇ ਤੇ ਤਾਲਿਬਾਨ ਨੇ ਆਭਾਰ ਪ੍ਰਗਟਾਇਆ। ਤਾਲਿਬਾਨ ਦੀ ਸਰਕਾਰ ਦੇ ਸੂਚਨਾ ਤੇ ਸੰਸਕ੍ਰਿਤੀ ਵਿਭਾਗ ਦੇ ਉਪ ਮੰਤਰੀ ਦੇ ਬੁਲਾਰੇ ਜ਼ਬੁੱਲਾ ਮੁਜ਼ਾਹਿਦ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰਾਂ ਨੂੰ ਬਦਲਿਆ ਜਾਏਗਾ। ਨਵੇਂ ਜਾਣ ਵਾਲੇ ਦਸਤਾਵੇਜ਼ਾਂ ਤੇ ਹੁਣ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਰੱਖਿਆ ਜਾਏਗਾ। ਪੁਰਾਣੇ ਦਸਤਾਵੇਜ਼ ਅਜੇ ਕੁਝ ਸਮੇਂ ਤੱਕ ਵੈਧ ਮੰਨੇ ਜਾਣਗੇ। ਉਹਨਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਵਿੱਚ ਜੋ ਹੋਰ ਵੈਧ ਦਸਤਾਵੇਜ਼ ਜਾਰੀ ਕੀਤੇ ਗਏ ਸੀ, ਉਹਨਾਂ ਨੂੰ ਸਰਕਾਰ 'ਚ ਵੀ ਵੈਧ ਮੰਨਿਆ ਜਾਏਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁਲ ਕਾਹਰ ਬਲਖੀ ਨੇ ਅਮਰੀਕਾ ਦੇ ਮਨੁੱਖੀ ਸਹਾਇਤਾ ਜਾਰੀ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀ ਦਿਨੀ ਆਪਣੀ ਅਮਰੀਕੀ ਫੇਰੀ ਤੇ ਨੇ। ਆਪਣੀ ਇਸ ਫੇਰੀ ਦੌਰਾਨ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਵਿੱਚ ਆਪਣਾ ਭਾਸ਼ਣ ਦਿੱਤਾ। ਪਰ ਇਸ ਦਿਨ ਨਰਿੰਦਰ ਮੋਦੀ ਨੂੰ UNO ਸੈਂਟਰ ਅੱਗੇ ਇਕੱਠੇ ਹੋਏ ਕਿਸਾਨ ਹਿਤੈਸ਼ੀ ਲੋਕਾਂ ਦੇ ਵਿਰੋਧ ਦਾ ਪ੍ਰਦਰਸ਼ਨ ਸਾਹਮਣਾ ਕਰਨਾ ਪਿਆ। ਇਸ ਮੌਕੇ ਭਾਰਤੀ ਪੰਜਾਬੀ ਕਿਸਾਨ ਹਿਤੈਸ਼ੀ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਣਾਇਆ। ਪੰਜਾਬੀ ਕਿਸਾਨ ਹਿਤੈਸ਼ੀ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਫਲ ਬਣਾਇਆ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਦਾ ਭਾਰਤ ਵਿੱਚ ਵਿਰੋਧ ਹੋਣ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਿਸਾਨ ਪੱਖੀ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੇ ਤਹਿਤ ਇਨੀ ਦਿਨੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵੀ ਭਾਰਤੀ ਪੰਜਾਬੀ ਭਾਈਚਾਰੇ ਦੇ ਕਿਸਾਨ ਪੱਖੀ ਲੋਕਾਂ ਵੱਲੋਂ ਕਿਸਾਨੀ ਝੰਡਿਆਂ ਨਾਲ ਵਿਰੋਧ ਕੀਤਾ ਜਾ ਰਿਹਾ। ਸ਼ਨੀਵਾਰ ਨੂੰ ਨਿਊਯਾਰਕ ਦੇ UNO ਸੈਂਟਰ ਅੱਗੇ ਕੀਤਾ ਗਿਆ ਮੁਜ਼ਾਹਰਾ ਵੀ ਇਸੇ ਹੀ ਲਹਿਰ ਦਾ ਇੱਕ ਹਿੱਸਾ ਸੀ, ਜਿਸ ਵਿੱਚ ਕਿਸਾਨ ਪੱਖੀ ਵਿਦੇਸ਼ੀ ਭਾਈਚਾਰੇ ਨੇ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ। रूस के विदेश मंत्री सरगेई लावरोव ने तालिबान नूं ठीक तरह शीशा दिखा दिता है। रूस ने तालिबान नूं कहा कि वो छेती तो छेती मिली जुली सरकार बनाउण, उस च सारे लोग नुमाइंदे होण, जनता नाल जो भी वादा किए गए ने वो पूरे किए जाण। उन्होंने ये भी कहा कि रूस अफगानिस्तान च अतवाद रोकण, मिली जुली सरकार ते जनता लई कीते वादे पूरे करन लई अमेरिका, चीन ते पाकिस्तान मिल के काम कर रहा। रूसी विदेश मंत्री ने कहा कि तालिबान नूं औरतां ते कुड़ियां दे अधिकारां दी राखी करनी पएगी। तालिबान ने जनतक तौर पर जिहड़ी गल कही है उसनूं पूरा करके दिखाए। उन्होंने अमेरिका के काली नाल अफगानिस्तान तो जाण की भी आलोचना की है। किसानां दे धरने दौरान लोकां नूं आउण वालीआं मुश्किलां तो बचाउण लई पुलिस ने भी मोर्चा संभाल लिया। ट्रैफिक पुलिस ने मलेरकोटला चौंक, समराला चौंक और अमलोह चौंक ते ट्रैफिक नूं शहर के होर इलाकिਆਂ ਅਤੇ लिंक सड़कों ते घुमा के कढ़िया जा रहा। DSP खन्ना राजन परमिंदर सिंह, DSP मनमोहन शर्मा ने भी मौके का जायजा लिया। भारत बंद दौरान खन्ना विखे किसान दो धड़ियां विच वंडे नजर आए। नैशनल हाईवे के दोवें पासे दो ਵੱਖ-ਵੱਖ मंच लगाए गए। दोवें मंचों ते लगे स्पीकरां दे कारण बुलारियां दीयां गल्लां
ਘੱਟ ਪਰ ਸ਼ੋਰ ਸ਼ਰਾਬਾ ਜ਼ਿਆਦਾ ਸੁਣ ਰਿਹਾ ਸੀ। ਇੱਕ ਮੰਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਨਰਿੰਦਰਜੀਤ ਸਿੰਘ ਈਸੜੂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਦੂਜਾ ਮੰਚ ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਪੰਜਾਬ ਵੱਲੋਂ ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ। ਦੋ ਮੰਚ ਲਗਾਉਣ ਦਾ ਕੁਝ ਕਿਸਾਨਾਂ ਵੱਲੋਂ ਬੁਰਾ ਵੀ ਮਨਾਇਆ ਗਿਆ। ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਾਰਕਲ ਨੇ ਸ਼ਨੀਵਾਰ ਨੂੰ ਵਿਸ਼ਵ ਸੰਸਥਾ ਦੇ ਕੁਝ ਅਧਿਕਾਰੀ ਨਾਲ ਮੁਲਾਕਾਤ ਕੀਤੀ, ਜਦੋਂ ਕਿ ਵਿਸ਼ਵ ਨੇਤਾ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇਕੱਠੇ ਹੋਏ ਹਨ। ਜੋੜਾ ਡਿਪਟੀ ਸਕੱਤਰ ਅਮੀਨਾ ਮੁਹੰਮਦ ਨਾਲ ਗੱਲ ਕਰਨ ਲਈ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਆਇਆ ਸੀ। ਬਾਅਦ ਵਿੱਚ ਇਹ ਤਿੰਨੇ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਗਲੋਬਲ ਸਿਟੀਜ਼ਨ ਲਾਈਵ ਸਮਾਰੋਹ ਵਿੱਚ ਦਿਸੇ। ਮੇਗਨ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਤੋਂ ਰਵਾਨਾ ਹੋਣ ਤੇ ਕਿਹਾ, ਇਹ ਸ਼ਾਨਦਾਰ ਮੁਲਾਕਾਤ ਸੀ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੁਹੰਮਦ ਨੇ ਦੁਨੀਆ ਭਰ ਵਿੱਚ ਟੀਕਿਆਂ ਦੀ ਸਮਾਨ ਵੰਡ ਨੂੰ ਵਧਾਵਾ ਦੇਣ ਵਿੱਚ ਜੋੜੇ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਅਤੇ ਜਲਵਾਯੂ, ਔਰਤਾਂ ਦੇ ਆਰਥਿਕ ਮਜ਼ਬੂਤੀਕਰਨ, ਨੌਜਵਾਨਾਂ ਦੀ ਭਾਗੀਦਾਰੀ ਤੇ ਮਾਨਸਿਕ ਸਿਹਤ ਸਮੇਤ ਹੋਰ ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ ਉਹਨਾਂ ਦੀ ਤਾਰੀਫ ਕੀਤੀ। ਸੰਯੁਕਤ ਰਾਸ਼ਟਰ ਦੀ ਸਾਲਾਨਾ ਮਹਾਸਭਾ ਵਿੱਚ ਵਿਸ਼ਵ ਨੇਤਾ ਇਕੱਠੇ ਹੋਏ ਹਨ। ਭਾਵੇਂ ਕਿ ਸ਼ਾਹੀ ਪਰਿਵਾਰ ਦੇ ਜੋੜੇ ਨੇ ਮਹਾਸਭਾ ਸੈਸ਼ਨ ਦੇ ਸੰਬੋਧਨਾਂ ਵਿੱਚ ਹਿੱਸਾ ਨਹੀਂ ਲਿਆ। ਮੇਗਨ ਕਈ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਦੀ ਮਹਿਲਾ ਏਜੰਸੀ ਨਾਲ ਜੁੜੀ ਰਹੀ ਸੀ। ਹੈਰੀ 2010 ਵਿੱਚ ਨਿਊਯਾਰਕ ਵਿੱਚ ਯੂਨੀਸੈਫ ਦੇ ਦਫ਼ਤਰ ਗਏ ਸਨ। ਹੈਰੀ ਅਤੇ ਮੇਗਨ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਨਿਊਯਾਰਕ ਦੇ ਇੱਕ ਸਕੂਲ, ਵਿਸ਼ਵ ਵਪਾਰ ਕੇਂਦਰ ਦੇ ਇੱਕ ਟਾਵਰ ਅਤੇ 11 ਸਤੰਬਰ 2000 ਵਿੱਚ ਇੱਕ ਹੋਏ ਅੱਤਵਾਦੀ ਹਮਲਿਆਂ ਨਾਲ ਸੰਬੰਧਿਤ ਇੱਕ ਮਿਊਜ਼ੀਅਮ ਗਏ ਸਨ। ਗੁਆਂਢੀ ਦੇਸ਼ ਚੀਨ ਮੁੜ ਤੋਂ ਭਾਰਤ ਨਾਲ ਲੱਗਦੀ ਸਰਹੱਦ ਤੇ ਸਰਗਰਮ ਹੋ ਰਿਹਾ। 17 ਮਹੀਨੇ ਪਹਿਲਾਂ ਪੂਰਬੀ ਲੱਦਾਖ ਵਿੱਚ ਹੋਈ ਮੁੱਠਭੇੜ ਤੋਂ ਬਾਅਦ ਇੱਕ ਵਾਰ ਫੇਰ ਤੋਂ ਚੀਨ ਸਰਹੱਦ ਕੋਲ ਆਪਣੀ ਸੈਨਾ ਦੇ ਲਈ ਬੰਕਰ ਬਣਾ ਰਿਹਾ। ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਚੀਨ ਨੇ ਪੂਰਬੀ ਲੱਦਾਖ ਦੇ ਸਾਹਮਣੇ ਅਸਲ ਕੰਟਰੋਲ ਰੇਖਾ ਦੇ ਕੋਲ ਕਰੀਬ 8 ਥਾਵਾਂ ਤੇ ਨਵੇਂ ਮੋਡਿਊਲ ਕੰਟੇਨਰ ਜਿਹੀ ਰਹਿਣ ਦੀ ਵਿਵਸਥਾ ਕੀਤੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਪੀਪਲਜ਼ ਲਿਬਰੇਸ਼ਨ ਆਰਮੀ ਨੇ ਉੱਤਰ ਵਿੱਚ ਕਾਰਾਕੋਰਮ ਕੋਲ ਕਰੀਬ ਬਹਾਵ ਜ਼ਿਲਗਾ ਤੋਂ ਲੈ ਕੇ ਪੀਯੂ ਹੌਟ ਸਪਰਿੰਗ, ਚਾਂਗਲਾ, ਤਾਸ਼ੀਗੋਂਗ, ਮਾਂਜਾ ਅਤੇ ਚੁਰੋਪ ਤੱਕ ਸੈਨਿਕਾਂ ਲਈ ਸ਼ੈਲਟਰ ਬਣਾਏ ਹਨ। ਹਰ ਲੋਕੇਸ਼ਨ ਤੇ 7 ਕਲਸਟਰਸ ਵਿੱਚੋਂ 80 ਤੋਂ 84 ਤੱਕ ਕੰਟੇਨਰਸ ਬਣਾਏ ਹਨ। ਪਿਛਲੇ ਸਾਲ ਅਪ੍ਰੈਲ-ਮਈ ਵਿੱਚ ਭਾਰਤ ਚੀਨ ਦੇ ਵਿੱਚ ਪੈਦਾ ਹੋਏ ਸੈਨਿਕ ਟਕਰਾਅ ਦੇ ਬਾਅਦ ਤੋਂ ਚੀਨ ਨੇ ਕਈ ਕੈਂਪ ਬਣਾਏ। ਇਹ ਨਵੇਂ ਕੈਂਪ ਉਹਨਾਂ ਮੌਜੂਦ ਕੈਂਪਾਂ ਵਿੱਚ ਵਾਧੇ ਦੇ ਤੌਰ ਤੇ ਬਣਾਏ ਗਏ। ਇਸ ਤੋਂ ਸਾਫ਼ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਤੱਕ ਸਰਹੱਦ ਤੋਂ ਚੀਨ ਦਾ ਆਪਣੀ ਫੌਜ ਹਟਾਉਣ ਦਾ ਕੋਈ ਇਰਾਦਾ ਨਹੀਂ। ਭਾਰਤ ਅਤੇ ਚੀਨ ਦੋਵਾਂ ਨੇ ਹੀ ਪੂਰਬੀ ਲੱਦਾਖ ਦੇ ਕੋਲ ਪਾਕਿਸਤਾਨੀ ਸਰਹੱਦ ਦੇ 50-50 ਹਜ਼ਾਰ ਸੈਨਿਕ ਤੈਨਾਤ ਕੀਤੇ ਹੋਏ ਹਨ। ਇਹਨਾਂ ਦੇ ਕੋਲ ਹੋਵਿਤਜ਼ਰ, ਟੈਂਕ, ਸਰਫੇਸ ਟੂ ਸਰਫੇਸ ਏਅਰ ਮਿਜ਼ਾਈਲ ਸਿਸਟਮ ਵੀ ਹੈ। ਦੋਵੇਂ ਪਾਸੇ ਤੋਂ ਫੌਜ ਆਪਣੀ ਸੈਨਾਵਾਂ ਨੂੰ ਬਦਲਦੀਆਂ ਰਹਿੰਦੀਆਂ ਨੇ। ਚੀਨ ਨੇ ਇਸ ਖੇਤਰ ਵਿੱਚ ਕਈ ਏਅਰ ਸਟ੍ਰਿਪ ਤੇ ਅਤੇ ਨਵੇਂ ਹੈਲੀਪੈਡ ਬਣਾਏ ਹਨ। ਅਮਰੀਕਾ ਦੇ ਕਈ ਰਾਜਾਂ ਵਿੱਚ ਹਿੰਦੂ ਵਿਰਾਸਤ ਦਿਵਸ ਮਨਾਇਆ ਜਾਵੇਗਾ। ਇਸ ਦੇ ਲਈ ਅਕਤੂਬਰ ਮਹੀਨੇ ਨੂੰ ਚੁਣਿਆ ਗਿਆ ਹੈ। ਟੈਕਸਾਸ, ਫਲੋਰੀਡਾ, ਨਿਊ ਜਰਸੀ ਅਤੇ ਓਹੀਓ ਅਤੇ ਮੈਸਾਚੁਸੇਟਸ ਸਣੇ ਕਈ ਹੋਰ ਅਮਰੀਕੀ ਰਾਜਾਂ ਨੇ ਅਕਤੂਬਰ ਨੂੰ ਹਿੰਦੂ ਵਿਰਾਸਤ ਮਹੀਨੇ ਦੇ ਰੂਪ ਵਿੱਚ ਐਲਾਨ ਕਰ ਦਿੱਤਾ। ਰਿਪੋਰਟ ਮੁਤਾਬਕ ਅਮਰੀਕੀ ਸਮਾਜ ਵਿੱਚ ਹਿੰਦੂ ਧਰਮ ਦੁਆਰਾ ਦਿੱਤੇ ਗਏ ਯੋਗਦਾਨ ਨੂੰ ਦੇਖਦੇ ਹੋਏ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਅਮਰੀਕਾ ਤੋਂ ਮਿਲ ਰਹੀ ਰਿਪੋਰਟ ਮੁਤਾਬਕ ਅਮਰੀਕਾ ਦੇ ਦਰਜਨਾਂ ਰਾਜਾਂ ਨੇ ਅਕਤੂਬਰ ਮਹੀਨੇ ਵਿੱਚ ਹਿੰਦੂ ਵਿਰਾਸਤ ਮਹੀਨਾ ਮਨਾਉਣ ਦਾ ਐਲਾਨ ਕੀਤਾ। ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਿਹਾ ਗਿਆ ਕਿ ਹਿੰਦੂ ਧਰਮ ਨੇ ਆਪਣੇ ਯੂਨੀਕ ਇਤਿਹਾਸ ਅਤੇ ਵਿਰਾਸਤ ਦੇ ਜ਼ਰੀਏ ਅਮਰੀਕਾ ਨੂੰ ਬਹੁਤ ਯੋਗਦਾਨ ਦਿੱਤਾ। ਰਿਪੋਰਟ ਮੁਤਾਬਕ ਅਮਰੀਕਾ ਵਿੱਚ ਹਿੰਦੂ ਸਮਾਜ ਨੇ ਅਕਤੂਬਰ ਨੂੰ ਹਿੰਦੂ ਵਿਰਾਸਤ ਮਹੀਨਾ ਐਲਾਨ ਕਰਨ ਦੀ ਦਿਸ਼ਾ ਵਿੱਚ ਪਹਿਲ ਕੀਤੀ ਸੀ, ਜਿਸ ਨੂੰ ਅਮਰੀਕਾ ਦੇ ਕਈ ਰਾਜਾਂ ਨੇ ਮੰਨ ਲਿਆ। ਪਾਸਕੋ, ਵਾਸ਼ਿੰਗਟਨ ਵਿੱਚ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਸਾਹਮਣੇ ਸਕੂਲ ਬੱਸ ਡਰਾਈਵਰ ਦੀ ਹੱਤਿਆ ਕਰ ਦਿੱਤੀ ਗਈ। ਲੌਂਗਫੈਲੋ ਐਲੀਮੈਂਟਰੀ ਸਕੂਲ ਪਾਸਕੋ ਵਿਖੇ ਡਰਾਈਵਰ ਉੱਪਰ ਚਾਕੂ ਨਾਲ ਹਮਲਾ ਉਸ ਵੇਲੇ ਕੀਤਾ ਜਦੋਂ ਬੱਚੇ ਬੱਸ ਵਿੱਚ ਚੜ ਰਹੇ ਸਨ। ਪੁਲਿਸ ਅਨੁਸਾਰ ਹਮਲਾਵਰ ਨੇ ਬੱਸ ਵਿੱਚ ਵੜ ਕੇ ਡਰਾਈਵਰ ਉੱਪਰ ਚਾਕੂ ਨਾਲ ਕਈ ਵਾਰ ਕੀਤੇ। ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਹੋਰ ਰਿਪੋਰਟ ਅਨੁਸਾਰ ਡਰਾਈਵਰ ਉੱਪਰ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਬੱਚਿਆਂ ਨੂੰ ਘਰ ਛੱਡਣ ਜਾ ਰਿਹਾ ਸੀ। ਹਮਲੇ ਉਪਰੰਤ ਡਰਾਈਵਰ ਦਾ ਬੱਸ ਉੱਪਰ ਨਿਯੰਤਰਣ ਨਹੀਂ ਰਿਹਾ। ਪੁਲਿਸ ਅਨੁਸਾਰ ਇਸ ਘਟਨਾ ਵਿੱਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਹੈ। ਟੋਰਾਂਟੋ ਦੇ ਈਟਨ ਸੈਂਟਰ ਵਿਖੇ ਕੋਰੋਨਾ ਵੈਕਸੀਨੇਸ਼ਨ ਵਿਰੁੱਧ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਮਾਲ ਵਿੱਚ ਦਾਖਲ ਹੋਣ ਤੋਂ ਰੋਕਣ ਤੇ ਸਿਕਿਉਰਿਟੀ ਸਟਾਫ ਨਾਲ ਭਿੜੇ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਸਟਾਫ ਮੈਂਬਰ ਦੀ ਕੁੱਟਮਾਰ ਵੀ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ 2 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਦਸੰਬਰ ਮਹੀਨੇ ਕੋਰਟ 'ਚ ਪੇਸ਼ ਕੀਤਾ ਜਾਏਗਾ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸ਼ਨੀਚਰਵਾਰ ਨੂੰ ਈਟਨ ਸੈਂਟਰ ਵਿਖੇ ਕਰੋਨਾ ਵੈਕਸੀਨੇਸ਼ਨ ਵਿਰੁੱਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਨੇ ਮਾਲ ਵਿੱਚ ਦਾਖਲ ਹੋਣ ਦਾ ਯਤਨ ਕੀਤਾ। ਇਸ ਦੌਰਾਨ ਸਿਕਿਉਰਿਟੀ ਸਟਾਫ ਤੇ ਉਹਨਾਂ ਨੂੰ ਰੋਕ ਲਿਆ ਗਿਆ। ਇਸ ਤੇ ਪ੍ਰਦਰਸ਼ਨਕਾਰੀ ਸਿਕਿਉਰਿਟੀ ਸਟਾਫ ਨਾਲ ਭਿੜ ਗਏ ਤੇ ਇੱਕ ਸਟਾਫ ਮੈਂਬਰ ਦੀ ਕਥਿਤ ਤੌਰ ਤੇ ਕੁੱਟਮਾਰ ਵੀ ਕੀਤੀ। ਹਾਲਾਂਕਿ ਕਿਸੇ ਵੀ ਪ੍ਰਦਰਸ਼ਨਕਾਰੀ ਜਾਂ ਸਿਕਿਉਰਿਟੀ ਸਟਾਫ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ। ਇਸ ਮਾਮਲੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿੱਚੋਂ ਥਾਰਨਹਿਲ ਦੇ ਵਾਸੀ 29 ਸਾਲਾ ਮਾਈਕਲ ਲੀਫ ਅਤੇ ਬ੍ਰੈਂਪਟਨ ਦੀ 23 ਸਾਲਾ ਮਹਿਲਾ ਵੈਨੇਸਾ ਕਾਰਵਲੋ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੋਵਾਂ ਤੇ ਦੋਸ਼ ਆਇਦ ਕੀਤੇ ਹਨ ਕਿ ਇਹਨਾਂ ਨੂੰ 15 ਦਸੰਬਰ ਨੂੰ ਸਵੇਰੇ 11 ਵਜੇ ਓਲਡ ਸਿਟੀ ਹਾਲ ਕੋਰਟ ਹਾਊਸ ਵਿੱਚ ਪੇਸ਼ ਕੀਤਾ ਜਾਏਗਾ। ਇਸ ਘਟਨਾ ਦੀ ਵੀਡੀਓ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪ੍ਰਦਰਸ਼ਨਕਾਰੀ ਸ਼ਾਪਿੰਗ ਮਾਲ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਨੇ। ਜਦੋਂ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਉਹ ਸੁਰੱਖਿਆ ਗਾਰਡ ਅਤੇ ਪੁਲਿਸ ਨੂੰ ਧੱਕਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਜਰਮਨੀ ਦੇ ਵੋਟਰ ਨਵੀਂ ਸੰਸਦ ਚੁਣਨ ਲਈ ਵੋਟਾਂ ਪਾ ਰਹੇ ਨੇ। ਇਹਨਾਂ ਚੋਣਾਂ ਵਿੱਚ ਚਾਂਸਲਰ ਐਂਜਲਾ ਮਰਕਲ ਤੋਂ ਬਾਅਦ ਦੇ ਆਗੂ ਬਾਰੇ ਫੈਸਲਾ ਹੋਵੇਗਾ ਕਿ 16 ਸਾਲ ਤੋਂ ਯੂਰਪ ਦੀ ਇਹ ਸਭ ਤੋਂ ਵੱਡੀ ਆਰਥਿਕਤਾ ਦੀ ਅਗਵਾਈ ਕਰਦੀ ਰਹੀ ਹੈ। ਚੋਣਾਂ ਮਰਕਲ ਦੀ ਯੂਨੀਅਨ ਬਲਾਕ ਤੇ ਅਰਮੀਨ ਲਾਸ਼ੇਟ ਦੇ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚਾਲੇ ਫਸਵਾਂ ਮੁਕਾਬਲਾ ਦਿਖਾਈ ਦੇ ਰਿਹਾ। ਸਰਵੇਖਣ ਵਿੱਚ ਸੋਸ਼ਲ ਡੈਮੋਕ੍ਰੇਟਾਂ ਨੂੰ ਲੀਡ ਮਿਲ ਰਹੀ ਹੈ। ਇੱਕ ਹੋਰ ਧਿਰ এনवायरमेंटल ਗ੍ਰੀਨਜ਼ ਤੀਜੇ ਸਥਾਨ ਉੱਤੇ ਹੈ। ਜਰਮਨੀ ਦੇ ਲੋਕ ਇਹਨਾਂ ਚੋਣਾਂ ਵਿੱਚ ਹੇਠਲੇ ਸਦਨ ਦੇ ਮੈਂਬਰ ਨੂੰ ਚੁਣਨਗੇ। ਇਹ ਸਦਨ ਸਰਕਾਰ ਦੇ ਅਗਲੇ ਮੁਖੀ ਦੀ ਚੋਣ ਕਰੇਗਾ। ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਤੇ ਸਾਰੀਆਂ ਧਿਰਾਂ ਨੂੰ 30% ਤੋਂ ਹੇਠਾਂ ਹਮਾਇਤ ਮਿਲ ਰਹੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਕਈ ਗੱਠਜੋੜ ਬਣ ਸਕਦੇ ਨੇ ਜਾਂ ਫਿਰ ਨਵੀਂ ਸਰਕਾਰ ਕਾਇਮ ਕਰਨ ਵਿੱਚ ਕਈ ਹਫ਼ਤਿਆਂ ਜਾਂ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਉਦੋਂ ਤੱਕ ਮਰਕਲ ਆਪਣੇ ਅਹੁਦੇ ਉੱਤੇ ਬਣੀ ਰਹੇਗੀ। ਜ਼ਿਕਰਯੋਗ ਹੈ ਕਿ ਮਰਕਲ ਨੇ ਜਰਮਨੀ ਨੂੰ ਕਈ ਵੱਡੇ ਸੰਕਟਾਂ ਵਿੱਚੋਂ ਕੱਢਿਆ। ਨਵੇਂ ਚਾਂਸਲਰ ਸਿਰ ਜਰਮਨੀ ਨੂੰ ਕਰੋਨਾ ਵਾਇਰਸ ਦੇ ਅਸਰਾਂ ਹੇਠੋਂ ਕੱਢਣ ਦੀ ਚੁਣੌਤੀ ਹੋਏਗੀ। ਲਾਸ਼ੇਟ ਧਿਰ ਵੱਲੋਂ ਟੈਕਸ ਵਧਾਉਣ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ। ਚੋਣ ਮੁਹਿੰਮ ਵਿੱਚ ਵਿਦੇਸ਼ ਨੀਤੀ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ, ਜਦਕਿ ਗ੍ਰੀਨਜ਼ ਚੀਨ ਤੇ ਰੂਸ ਖਿਲਾਫ ਸਖਤੀ ਦੇ ਪੱਖ ਵਿੱਚ ਹਨ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ 27 ਸਤੰਬਰ ਭਾਰਤ ਬੰਦ ਦੇ ਸੱਦੇ ਤਹਿਤ ਖੰਨਾ ਵਿਖੇ ਨੈਸ਼ਨਲ ਹਾਈਵੇ ਉੱਤੇ ਸਵੇਰੇ ਹੀ ਧਰਨੇ ਦੀਆਂ ਕਿਸਾਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਕਿਸਾਨਾਂ ਨੇ ਹਾਈਵੇ ਸਵੇਰੇ 6 ਵਜੇ ਦੇ ਕਰੀਬ ਹੀ ਤੰਬੂ ਗੱਡਣੇ ਸ਼ੁਰੂ ਕਰ ਦਿੱਤੇ ਤੇ ਰੇਲਵੇ ਸਟੇਸ਼ਨ ਦੇ ਟਰੈਕ ਉੱਤੇ ਵੀ ਦਰੀਆਂ ਵਿਛਾ ਕੇ ਬੈਠ ਗਏ। ਰੇਲਵੇ ਲਾਈਨਾਂ ਉੱਤੇ ਧਰਨੇ ਨਾਲ ਸੁਪਰ ਫਾਸਟ ਟ੍ਰੇਨ ਵੀ ਫਸ ਗਈ। ਖੰਨਾ ਵਿੱਚ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਹਾਈਵੇ ਉੱਤੇ ਧਰਨਾ ਸ਼ੁਰੂ ਕਰ ਦਿੱਤਾ। ਸਰਵਿਸ ਰੋਡ ਵੀ ਜਾਮ ਕਰ ਦਿੱਤਾ ਗਿਆ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।